इतने गुरुद्वारे इतनी वड्डी गिनती ਦੇ ਵਿੱਚ ਬਣ ਰਹੇ ਹਨ, ਲੇਕਿਨ ਜਿਸ ਵੇਲੇ ਅਸੀਂ ਆਮ ਸੰਗਤ ਦਾ ਜਾਂ ਅਸੀਂ ਵਿਚਰਦੇ ਹਾਂ, ਉਹਨਾਂ ਦਾ ਗਿਆਨ ਦਾ ਪੱਧਰ ਜਿਹੜੇ ਅਸੀਂ ਦੇਖਦੇ ਹਾਂ ਤੇ ਸਾਨੂੰ ਬੜੀ ਜਿਹੜੀ ਹੈ ਨਿਰਾਸ਼ਾ ਹੱਥ ਆਉਂਦੀ ਹੈ ਕਿ ਇਹ ਜਿਹੜੀਆਂ ਗੁਰਮਤਿ ਦੀਆਂ ਸਟੇਜਾਂ ਵੀ ਹਨ ਜਿਹੜੀਆਂ, ਉਹ ਵੀ ਜਿਹੜੀਆਂ ਹਨ ਉਹ ਗੁਰਮਤ ਗਿਆਨ ਦੀ ਜਗ੍ਹਾ ਇਹ ਪੋਲੀਟੀਕਲ ਜਿਹੜੀਆਂ ਹਨ ਜ਼ਿਆਦਾ ਬੰਦੀਆਂ ਜਾ ਰਹੀਆਂ ਹਨ। ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੇ ਉਹ ਪ੍ਰਧਾਨ ਹਨ ਜਾਂ ਮੁੱਖ ਸੇਵਾਦਾਰ ਕਹਿ ਸਕਦੇ ਹਾਂ, ਉਹ ਉਸ ਕਮੇਟੀ ਦੇ ਹਨ, ਨਾ ਕਿ ਪੂਰੇ ਗੁਰਦੁਆਰੇ ਦੇ ਜਾਂ ਗੁਰੂ ਗ੍ਰੰਥ ਸਾਹਿਬ ਦੇ। ਪ੍ਰਧਾਨਗੀ ਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਹੀ ਚੱਲਣੀ ਹੈ, ਲੇਕਿਨ ਜਿਸ ਨੂੰ ਮੂਲ ਮੰਤਰ ਵੀ ਨਹੀਂ ਕਲੀਅਰ। ਔਰ ਇੱਥੇ ਤੇ ਵੀ ਬੜਾ ਕਹਿਣ ਨੂੰ ਅਫਸੋਸ ਹੁੰਦਾ ਹੈ, ਨਸ਼ੇ ਕਰਨ ਵਾਲੇ, ਕੇਸ ਰੰਗਣ ਵਾਲੇ ਉਹ ਬੰਦੇ ਵੀ ਜਿਹੜੇ ਹਨ ਦੌੜ ਕੇ ਕਹਿੰਦੇ ਹਨ ਕਿ ਅਸੀਂ ਫਲਾਣਾ ਮੈਂਬਰ ਬਣਨਾ ਹੈ, ਗੁਰਦੁਆਰੇ ਦਾ ਪ੍ਰਧਾਨ ਬਣਨਾ ਹੈ, ਸੈਕਟਰੀ ਬਣਨਾ ਹੈ। ਔਰ ਗੁਰਦੁਆਰੇ ਜਿਹੜੇ ਹਨ ਗੁਰਮਤ ਸਟੇਜ ਤੋਂ ਨੌਨ ਸਿੱਖ ਬੋਲ ਨਹੀਂ ਸਕਦਾ। ਔਰ ਕੋਈ ਵੀ ਪੋਲੀਟੀਕਲ ਗੱਲਾਂ ਜਿਹੜੀਆਂ ਹਨ, ਇਹ ਚੀਜ਼ਾਂ ਤਾਂ ਰਹਿਤ ਮਰਿਆਦਾ ਚ ਸਾਫ਼ ਲਿਖੀਆਂ ਹਨ, ਤੇ ਇਹ ਚੀਜ਼ਾਂ ਜਿਹੜੀਆਂ ਅਸੀਂ ਰੋਕ ਜਿਹੜੀਆਂ ਹਨ ਸਟੇਜ ਤੋਂ ਅਲੱਗ ਕਰਨੀਆਂ ਹਨ ਤੇ ਸਿਰਫ ਗੁਰਮਤ ਦਾ ਪ੍ਰਚਾਰ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਸੀ ਸਾਂਝ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਆਪਸੀ ਸਾਂਝ ਟੀਵੀ ਅਡੋਲ ਸੱਚ ਦਾ ਅਡੋਲ ਸਾਥੀ, ਹਮੇਸ਼ਾ ਸੱਚ ਅਤੇ ਹੱਕ ਦੀ ਆਵਾਜ਼ ਚੁੱਕਣ ਵਾਲਾ ਆਪਸੀ ਸਾਂਝ ਟੀਵੀ। ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਇੱਕ ਸ਼ਖਸੀਅਤ ਦੇ ਨਾਲ। ਉਹਨਾਂ ਦੇ ਨਾਲ ਅਸੀਂ ਜੋ ਗੱਲਬਾਤ ਕਰਾਂਗੇ ਉਹ ਹੈ ਅਜੋਕੇ ਸਮੇਂ ਦਾ ਗੁਰਦੁਆਰਾ ਸਾਹਿਬ ਦਾ ਪ੍ਰਬੰਧਕੀ ਢਾਂਚਾ ਜਾਂ ਪ੍ਰਬੰਧਕੀ ਮੈਨੇਜਮੈਂਟ ਦੇ ਬਾਰੇ ਵਿੱਚ। ਆਓ ਇਸ ਜਿਹੜਾ ਸਾਡਾ ਟੌਪਿਕ ਹੈ ਇਹਦੇ ਉੱਤੇ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ। ਡਾਕਟਰ ਇੰਦਰਪਾਲ ਸਿੰਘ ਜੀ ਨੌਨਿਹਾਲ, ਕੰਸਲਟੈਂਟ ਗਾਇਨੋਕੋਲੋਜਿਸਟ ਅਤੇ ਰਾਜੌਰੀ ਜ਼ਿਲ੍ਹੇ ਦੇ ਸਿੱਖ ਮਿਸ਼ਨਰੀ ਕਾਲਜ ਦੇ ਜ਼ੋਨਲ ਆਰਗੇਨਾਈਜ਼ਰ। ਆਓ ਸਭ ਤੋਂ ਪਹਿਲਾਂ ਅਸੀਂ ਇਹਨਾਂ ਦਾ ਸਵਾਗਤ ਕਰਦੇ ਹਾਂ ਅਤੇ ਇਹਨਾਂ ਦੇ ਨਾਲ ਫਤਿਹ ਦੀ ਸਹੁੰ ਪਾਉਂਦੇ ਹਾਂ। ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਜੋਕੇ ਸਮੇਂ ਦੇ ਵਿੱਚ ਜਿਹੜਾ ਪ੍ਰਬੰਧਕੀ ਢਾਂਚਾ ਜੋ ਹੈ ਗੁਰੂ ਘਰਾਂ ਦਾ, ਉਹਦੇ ਵਿੱਚ ਬਹੁਤ ਸਾਰੀਆਂ ਘਾਟਾਂ ਵੀ ਹਨ ਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਹਨ ਜੋ ਅੱਜ ਅਸੀਂ ਤੁਹਾਡੇ ਨਾਲ ਡਿਸਕਸ ਕਰਾਂਗੇ। ਇਹ ਸਾਰਾ ਕੁਝ ਡਿਸਕਸ ਕਰਨ ਤੋਂ ਪਹਿਲਾਂ ਜੇਕਰ ਅਸੀਂ ਸੰਗਤ ਨੂੰ ਅਤੇ ਸਾਡੇ ਜਿਹੜੇ ਦਰਸ਼ਕ ਨੇ, ਖਾਸ ਕਰਕੇ ਨੌਜਵਾਨ ਪੀੜ੍ਹੀ, ਉਹਨਾਂ ਨੂੰ ਅਸੀਂ ਜੇ ਦੱਸੀਏ ਕਿ ਆਖਿਰਕਾਰ ਗੁਰਦੁਆਰਾ ਸਾਹਿਬ ਜਿਹੜੇ ਨੇ ਸਾਡੇ, ਇਹਨਾਂ ਦਾ ਏਮ ਕੀ ਸੀਗਾ? ਬਹੁਤ ਹੀ ਵਧੀਆ ਕੁਐਸਚਨ ਹੈ ਔਰ ਅੱਜ ਦੇ ਨੌਜਵਾਨਾਂ ਨੂੰ ਜਾਣਨ ਦੇ ਵਾਸਤੇ ਇਹ ਬੜੀ ਜਾਣਨਾ ਜ਼ਰੂਰੀ ਵੀ ਹੈ ਜੀ ਕਿ ਗੁਰਬਾਣੀ ਚੋਂ ਅਸੀਂ ਸੇਧ ਲੈਂਦੇ ਹਾਂ, ਗੁਰਦੁਆਰੇ ਹੋਏ ਸੋਝੀ ਪਾਏ ਸੀ। ਤੇ ਗੁਰਦੁਆਰੇ ਜਿਹੜੇ ਸਨ ਜਿੱਥੇ ਜਾ ਕੇ ਅਸੀਂ ਗੁਰਮਤ ਸਿੱਖਣੀ ਸੀ, ਗੁਰਮਤ ਦੀ ਨੌਲੇਜ ਲੈਣੀ ਸੀ, ਉੱਥੇ ਇੱਕ ਜਿਹੜਾ ਲੋੜਵੰਦ ਹੈ ਉਹਦੇ ਵਾਸਤੇ ਗੁਰਦੁਆਰੇ ਜਿਹੜੇ ਹਨ ਉਹਨਾਂ ਦੀ ਲੋੜ ਵੀ ਪੂਰੀ ਕਰਦੇ ਸਨ। ਉੱਥੇ ਮੱਲ ਅਖਾੜੇ ਵੀ ਹੁੰਦੇ ਸਨ ਜਿੱਥੇ ਸਿੱਖ ਆਪਣੀ ਐਕਸਰਸਾਈਜ਼ ਕਰਦੇ ਸਨ, ਜਾਂ ਅੱਜ ਦੇ ਟਾਈਮ ਵਿੱਚ ਜਿਮ ਕਹਿ ਲਓ। ਤੇ ਉਹ ਚੀਜ਼ਾਂ ਸਾਰੀਆਂ ਜਿਹੜੀਆਂ ਸਨ ਉਹ ਗੁਰਦੁਆਰੇ ਵਿੱਚ ਅਵੇਲੇਬਲ ਹੁੰਦੀਆਂ ਸਨ। ਖਾਸ ਕਰਕੇ ਜਿੱਥੇ ਨਿਸ਼ਾਨ ਸਾਹਿਬ ਹੁੰਦਾ ਸੀ ਉੱਥੇ ਰਾਹਗੀਰ ਵੀ ਜਿਹੜੇ ਮੁਸਾਫਿਰ ਸਨ, ਰਹਿਣ ਦੀ ਥਾਂ ਉਹਨਾਂ ਨੂੰ ਦਿੱਤੀ ਜਾਂਦੀ ਸੀ। ਇਹ ਸਾਰੇ ਜਿਹੜੇ ਹਨ ਅਹਿਮ ਸਨ ਜਿਸ ਵੇਲੇ ਗੁਰਦੁਆਰੇ ਬਣਾਏ ਗਏ, ਤੇ ਉਸ ਵੇਲੇ ਇਹ ਚੀਜ਼ਾਂ ਗੁਰਦੁਆਰੇ ਚੋਂ ਸਾਨੂੰ ਮਿਲਦੀਆਂ ਸਨ। ਇੱਕ ਬਹੁਤ ਵੱਡੀ ਗੱਲ ਹੈ, ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਾਡੇ ਜਿਹੜੇ ਗੁਰੂ ਸਾਹਿਬਾਨਾਂ ਦੇ ਸਮੇਂ ਤੋਂ ਹੀ ਇਹ ਜੋ ਮੱਲ ਅਖਾੜੇ ਅਤੇ ਕਹਿ ਸਕਦੇ ਹਾਂ ਕਿ ਪੜ੍ਹਾਈ ਦਾ ਇੱਕ ਸੋਰਸ, ਇੱਕ ਜਗ੍ਹਾ ਐਸਾ ਇੱਕ ਬਣਾਇਆ ਹੋਇਆ ਸੀ ਜਿੱਥੇ ਕਿ ਗਰੀਬ ਗੁਰਬੇ ਦੀ ਵੀ ਜਿਹੜੀ ਹੈ ਉਹ ਮਦਦ ਕੀਤੀ ਜਾਂਦੀ ਸੀ ਅਤੇ ਉਹਨਾਂ ਨੂੰ ਰਾਹਗੀਰਾਂ ਦੇ ਲਈ ਇਹ, ਜਿਵੇਂ ਕਿ ਡਾਕਟਰ ਸਾਹਿਬ ਨੇ ਦੱਸਿਆ ਕਿ ਨਿਸ਼ਾਨ ਸਾਹਿਬ ਹੁੰਦੇ ਸੀ। ਡਾਕਟਰ ਸਾਹਿਬ, ਜਿਹੜਾ ਅਸੀਂ ਦੇਖਦੇ ਹਾਂ ਕਿ ਪ੍ਰਬੰਧਕੀ ਢਾਂਚਾ ਜਿਹੜਾ ਹੈ ਗੁਰੂ ਘਰ ਦਾ, ਉਹ ਕੈਸਾ ਹੋਣਾ ਚਾਹੀਦਾ ਵੈਸੇ? ਕਿਉਂਕਿ ਅੱਜ ਕੱਲ ਜਿਹੜਾ ਪ੍ਰਬੰਧਕੀ ਢਾਂਚੇ ਨੇ ਉਹ ਕਿਤੇ ਨਾ ਕਿਤੇ ਪੁਰਾਤਨ ਪ੍ਰਬੰਧਕੀ ਢਾਂਚੇ ਤੋਂ ਅਲੱਗ ਨਹੀਂ ਹੋ ਗਏ ਨੇ। ਇਹ ਚੀਜ਼ ਹੈ, ਇਸੇ ਕਰਕੇ ਅਸੀਂ ਸੋਚਦੇ ਹਾਂ ਕਿ ਜਿਹੜੀ ਅੱਜ ਸਿੱਖੀ ਦੇ ਵਿੱਚ ਜਾਂ ਨੌਜਵਾਨ ਅੱਜ ਬਹੁਤ ਘੱਟ ਗਿਣਤੀ ਦੇ ਵਿੱਚ ਗੁਰਦੁਆਰੇ ਆ ਰਹੇ ਹਨ। ਤੁਸੀਂ ਕਿਸੇ ਵੀ ਗੁਰਦੁਆਰਾ ਲੈ ਲਓ,
ਕਿ ਅੱਜ ਸਾਡੇ ਮੈਂ ਪਿੰਡ ਜਿਹੜਾ ਤੁਸੀਂ ਲਿਆ ਨੋਨਿਆਲ ਪਿੰਡ ਸਾਡਾ ਨਾਂ ਹੈ, ਤੇ ਉੱਥੇ 10-12 ਗੁਰਦੁਆਰੇ ਜਿਹੜੇ ਹਨ ਇੱਕ ਪਿੰਡ ਦੇ ਵਿੱਚ ਹਨ। ਤੇ ਇਹ ਇਤਨੇ ਗੁਰਦੁਆਰੇ ਇਤਨੀ ਵੱਡੀ ਗਿਣਤੀ ਦੇ ਵਿੱਚ ਬਣ ਰਹੇ ਹਨ, ਲੇਕਿਨ ਜਿਸ ਵੇਲੇ ਅਸੀਂ ਆਮ ਸੰਗਤ ਦਾ ਜਾਂ ਅਸੀਂ ਵਿਚਰਦੇ ਹਾਂ, ਉਹਨਾਂ ਦਾ ਗਿਆਨ ਦਾ ਪੱਧਰ ਜਿਹੜੇ ਅਸੀਂ ਦੇਖਦੇ ਹਾਂ, ਤੇ ਸਾਨੂੰ ਬੜੀ ਜਿਹੜੀ ਹੈ ਨਿਰਾਸ਼ਾ ਹੱਥ ਆਉਂਦੀ ਹੈ ਕਿ ਇੱਥੇ ਤੱਕ ਕਿ ਬੜੇ ਅੱਛੇ ਘਰਾਣਾ ਦੇ ਪੜ੍ਹੇ ਲਿਖਿਆਂ ਦੇ ਬੱਚਿਆਂ ਨੂੰ ਸਾਡੇ ਨੁਸ਼ਹਿਰੇ ਦੇ ਵਿੱਚ ਛੱਟੀ ਪਾਤਸ਼ਾਹੀ ਇਤਿਹਾਸਕ ਗੁਰਦੁਆਰਾ ਹੈ, ਤੇ ਮੈਂ ਕਿਸੇ ਨੂੰ 98% ਲੈਣ ਵਾਲੇ ਬੱਚੇ ਨੂੰ ਇਹ ਪੁੱਛਿਆ ਕਿ ਬਈ ਤੁਸੀਂ ਦੱਸੋ ਸਾਡਾ ਇੱਥੇ ਨੁਸ਼ਹਿਰੇ ਇਤਿਹਾਸਕ ਗੁਰਦੁਆਰਾ ਵੀ ਹੈ, 6ਵੇਂ ਗੁਰੂ ਸਾਹਿਬ ਜੀ ਦਾ ਨਾਮ ਕੀ ਹੈ? ਤੇ ਬੜੀ ਅਫਸੋਸ ਦੀ ਗੱਲ ਹੈ ਕਿ ਉਸ ਨੂੰ ਜਿਹੜਾ ਹੈ 6ਵੇਂ ਗੁਰੂ ਸਾਹਿਬ ਦਾ ਨਾਮ ਨਹੀਂ ਆਇਆ। ਔਰ ਇਥੋਂ ਵੀ ਅੱਗੇ ਚਲੀਏ, ਇੱਕ ਬੱਚੀ ਨੂੰ ਤੇ ਮੈਂ 8th ਪੜ੍ਹਦੀ ਨੂੰ ਇਹ ਪੁੱਛਿਆ ਕਿ ਸਾਡੇ ਪਹਿਲੇ ਗੁਰੂ ਸਾਹਿਬ ਦਾ ਨਾਂ ਕੀ ਸੀ, ਉਹ ਵੀ ਨਹੀਂ ਆਇਆ। ਤੇ ਇਹ ਫਿਰ ਸਿੱਧਾ ਸਾਨੂੰ ਇਹ ਇੰਡੀਕੇਸ਼ਨ ਮਿਲ ਰਹੀ ਹੈ। ਔਰ ਬੜੀ ਵੱਡੀ ਗਿਣਤੀ ਦੇ ਵਿੱਚ ਸਾਡੇ ਬੱਚਿਆਂ ਦੇ ਅਸੀਂ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਦੇਖ ਰਹੇ ਹਾਂ ਕਿ ਉਹਨਾਂ ਨੇ ਆਪਣਾ ਸਿੰਘ ਤੇ ਕੌਰ ਆਪਣੇ ਨਾਮ ਦੇ ਨਾਲੋਂ ਹਟਾ ਦਿੱਤਾ ਹੈ, ਤੇ ਜਾਤਾਂ ਜਿਹੜੀਆਂ ਹਨ ਜਿਹਦਾ ਸਿੱਖੀ ਨਾਲ ਕੋਈ ਸੰਬੰਧ ਨਹੀਂ, ਉਹ ਜਾਤਾਂ ਜਿਹੜੀਆਂ ਹਨ ਲਗਾ ਲਈਆਂ ਹਨ। ਤੇ ਫਿਰ ਅਸੀਂ ਸੋਚਣ ਨੂੰ ਮਜਬੂਰ ਹੋਣਾ ਪੈਂਦਾ ਹੈ ਕਿ ਸਾਡਾ ਜਿਹੜਾ ਇਹ ਗੁਰਦੁਆਰਿਆਂ ਤੋਂ ਪ੍ਰਚਾਰ ਹੋ ਰਿਹਾ ਹੈ, ਜਾਂ ਜਿਹੜੇ ਇਹ ਗੁਰਦੁਆਰੇ ਇਤਨੇ ਬਣ ਰਹੇ ਹਨ, ਕਿ ਸੱਚ ਵਿੱਚ ਇਹ ਗੁਰਦੁਆਰੇ ਹੋਏ ਸੋਝੀ ਪਾਇਸੀ ਦਾ ਜਿਹੜਾ ਸਾਨੂੰ ਇਹ ਫਰਮਾਨ ਸੀ, ਸਾਡੀ ਜਿਹੜੀ ਸਾਨੂੰ ਗੁਰੂ ਦਾ ਹੁਕਮ ਸੀ, ਉਹ ਲੱਗਦਾ ਹੈ ਕਿ ਉਹ ਪੂਰਾ ਨਹੀਂ ਹੋ ਪਾ ਰਿਹਾ। ਤੇ ਇਸ ਵਾਸਤੇ ਇਹਦੇ ਵਿੱਚ ਜਿਹੜੀ ਹੈ ਅਸੀਂ ਅੱਜ ਦੇਖ ਰਹੇ ਹਾਂ ਕਿ ਇਹ ਜਿਹੜੀਆਂ ਗੁਰਮਤ ਦੀਆਂ ਸਟੇਜਾਂ ਵੀ ਹਨ ਜਿਹੜੀਆਂ, ਉਹ ਵੀ ਜਿਹੜੀਆਂ ਹਨ ਉਹ ਗੁਰਮਤ ਗਿਆਨ ਦੀ ਜਗ੍ਹਾ ਇਹ ਪੋਲੀਟੀਕਲ ਜਿਹੜੀਆਂ ਹਨ ਜ਼ਿਆਦਾ ਬੰਦੀਆਂ ਜਾ ਰਹੀਆਂ ਹਨ। ਔਰ ਬਾਅਦ ਦੇ ਵਿੱਚ ਇਹਦੇ ਵਿੱਚ ਮੈਨੂੰ ਜਿਹੜਾ ਲੱਗਦਾ ਹੈ ਕਿ ਜਿਹੜੇ ਕਮੇਟੀ ਮੈਂਬਰ ਬਣ ਜਾਂਦੇ ਹਨ, ਉਹ ਆਪਣੇ ਪਰਸਨਲ ਕੁਝ ਕੰਮ ਜਾਂ ਕੁਝ ਉਹਨਾਂ ਦਾ ਅਹਿਮ ਹੋ ਸਕਦਾ ਹੈ ਕਿ ਉਹ ਕਢਾਉਣ ਵਾਸਤੇ ਕੁਝ ਕਰਦੇ ਹੋਣ। ਅਦਰਵਾਈਜ਼ ਗੁਰਦੁਆਰੇ ਦੀ ਰਹਿਤ ਮਰਿਆਦਾ ਅਨੁਸਾਰ ਗੁਰਮਤ ਸਟੇਜ ਤੋਂ ਪ੍ਰਚਾਰ ਸਿਰਫ ਸਿੱਖ ਹੀ ਕਰ ਸਕਦਾ, ਨੌਨ ਸਿੱਖ ਬੋਲ ਵੀ ਨਹੀਂ ਸਕਦਾ ਗੁਰਮਤ ਸਟੇਜ ਤੋਂ। ਇਹ ਜਿਵੇਂ ਤੁਸੀਂ ਕਿਹਾ ਕਿ ਜਿਹੜਾ ਪ੍ਰਬੰਧਕ ਜਿਹੜੇ ਹੁੰਦੇ ਨੇ, ਜਿਨ੍ਹਾਂ ਨੂੰ ਅਸੀਂ ਗੁਰਦੁਆਰਾ ਮੈਨੇਜਮੈਂਟ ਕਮੇਟੀ ਕਹਿ ਸਕਦੇ ਹਾਂ ਜਾਂ ਗੁਰਦੁਆਰਾ ਕਮੇਟੀਆਂ ਕਿਹਾ ਜਾਂਦਾ ਹੈ, ਕਿਤੇ ਨਾ ਕਿਤੇ ਇਹ ਘਾਟ ਇਸ ਕਰਕੇ ਤਾਂ ਨਹੀਂ ਕਿ ਉਹ ਵੀ ਜਿਹੜੇ ਨੇ ਉਸ ਜਿਹੜਾ ਸਟੇਟਸ ਹੁੰਦਾ ਇੱਕ ਮੈਨੇਜਮੈਂਟ ਕਮੇਟੀ ਦੇ ਮੈਂਬਰ ਦਾ ਜਾਂ ਪ੍ਰਧਾਨ ਦਾ ਜਾਂ ਜੋ ਵੀ ਕਹਿ ਲਓ, ਕਿਤੇ ਨਾ ਕਿਤੇ ਉਸ ਦੇ ਬਰਾਬਰ ਜਿਹੜਾ ਉਹਦੇ ਪੈਰਾਮੀਟਰਸ ਦੇ ਵਿੱਚ ਨਹੀਂ ਆਉਂਦੇ। ਇਹੀ ਤੇ ਨਹੀਂ ਕਾਰਨ ਕਿਤੇ ਨਾ ਕਿਤੇ? ਪੈਰਾਮੀਟਰ ਮੀਨਸ ਕਿ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੇ ਉਹ ਪ੍ਰਧਾਨ ਹਨ ਜਾਂ ਮੁੱਖ ਸੇਵਾਦਾਰ ਕਹਿ ਸਕਦੇ ਹਾਂ, ਉਹ ਉਸ ਕਮੇਟੀ ਦੇ ਹਨ, ਨਾ ਕਿ ਪੂਰੇ ਗੁਰਦੁਆਰੇ ਦੇ ਜਾਂ ਗੁਰੂ ਗ੍ਰੰਥ ਸਾਹਿਬ ਦੇ। ਪ੍ਰਧਾਨਗੀ ਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਹੀ ਚੱਲਣੀ ਹੈ। ਤੇ ਦੂਜੀ ਇਹ ਬੜਾ ਇੱਕ ਅਫਸੋਸ ਆਂਦਾ ਹੈ ਸਾਡੀ ਅੱਜ ਜਿਹੜਾ ਅਸੀਂ ਦੇਖਦੇ ਹਾਂ ਆਪਣੇ ਵਿੱਚ, ਸਾਡੇ ਜਿਹੜੇ ਉਹ ਮੈਨੇਜਮੈਂਟ ਕਮੇਟੀ ਦੇ ਮੈਂਬਰ ਵੀ ਖੜੇ ਹੁੰਦੇ ਹਨ, ਉਹਨਾਂ ਨੂੰ ਇੱਥੇ ਤੱਕ ਕਿ ਰਹਿਤ ਮਰਿਆਦਾ ਵੀ ਉਹ ਜਿਹੜੀ ਹੈ ਪੜੀ ਨਹੀਂ ਹੁੰਦੀ। ਲੇਕਿਨ ਅੱਜ ਇੱਕ ਬੜੀ ਦੌੜ ਬਣ ਗਈ ਹੈ, ਜਿਸ ਤਰ੍ਹਾਂ ਕਿ ਪ੍ਰਧਾਨ ਵਰਡ ਸੁਣਨ ਵਾਸਤੇ, ਹਾਲਾਂਕਿ ਉਹ ਇੱਕ ਮੈਨੇਜਮੈਂਟ ਕਮੇਟੀ ਦਾ ਹੁੰਦਾ ਹੈ, ਉਹ ਮਤਲਬ ਇੱਕ ਦੌੜ ਬਣ ਗਈ ਹੈ। ਇਹ ਨਹੀਂ ਕਿ ਸਾਨੂੰ ਗੁਰਮਤ ਆਂਦੀ ਹੈ ਕਿ ਨਹੀਂ ਆਂਦੀ, ਸਾਨੂੰ ਮੂਲ ਮੰਤਰ ਕਲੀਅਰ ਹੈ ਕਿ ਨਹੀਂ, ਰਹਿਤ ਮਰਿਆਦਾ ਅਸੀਂ ਪੜ੍ਹੀ ਹੈ ਕਿ ਨਹੀਂ, ਲੇਕਿਨ ਅਸੀਂ ਵਾਰਡ ਮੈਂਬਰ ਬਣਨਾ ਹੈ। ਮੇਰਾ ਮਤਲਬ ਕਹਿਣ ਦਾ ਉਹੀ ਸੀ ਕਿ ਜਿਸ ਤਰ੍ਹਾਂ ਕਿ ਇੱਕ ਕ੍ਰਾਈਟੇਰੀਆ ਹੁੰਦਾ ਹੈ ਮੈਂਬਰ ਦਾ ਜਾਂ ਮੁੱਖ ਸੇਵਾਦਾਰ ਦਾ, ਉਹ ਇੱਕ ਕ੍ਰਾਈਟੇਰੀਆ ਵੀ ਤਾਂ ਹੋਣਾ ਚਾਹੀਦਾ ਨਾ, ਕਿਉਂਕਿ ਗਵਰਨਮੈਂਟ ਸਾਨੂੰ ਇਲੈਕਸ਼ਨਾਂ ਦੇ ਵਿੱਚ ਰੁਝਾ ਕੇ ਉਹ ਕਿਤੇ ਨਾ ਕਿਤੇ ਉਸ ਕ੍ਰਾਈਟੇਰੀਆ ਨੂੰ ਉਹ ਦੂਸਰੇ ਪਾਸੇ ਲੈ ਕੇ ਜਾ ਰਹੀ ਹੈ, ਬਜਾਏ ਕਿ ਗੁਰਮਤ ਦੇ ਕ੍ਰਾਈਟੇਰੀਆ ਤੋਂ। ਬਿਲਕੁਲ ਉਹੀ ਮੈਂ ਅੱਗੇ ਆ ਰਿਹਾ ਸਾਂ ਉਸੇ ਗੱਲ ਤੇ ਹੀ ਕਿ ਬਈ ਜ਼ਿਲ੍ਹੇ ਸਾਨੂੰ ਰਹਿਤ ਮਰਿਆਦਾ ਜਿਹੜੀ ਹੈ ਇੱਕ ਕਾਮਨ ਮਿਨੀਮਮ ਪ੍ਰੋਗਰਾਮ ਹੈ। ਹਾਲਾਂਕਿ ਜਿਹੜਾ ਸਿੱਖ ਦਾ ਜੀਵਨ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਹੈ। ਹਾਂ, ਸੋ ਸਿੱਖ ਸਖਾ ਬੰਦਪ ਹੈ ਭਾਈ, ਜੋ ਗੁਰ ਕੇ ਭਾਣੇ ਵਿੱਚ ਆਵੇ, ਗੁਰੂ ਦੇ ਭਾਣੇ ਅਨੁਸਾਰ ਚੱਲਣਾ ਸੀ। ਲੇਕਿਨ ਜਿਸ ਨੂੰ ਮੂਲ ਮੰਤਰ ਵੀ ਨਹੀਂ ਕਲੀਅਰ, ਔਰ ਇੱਥੇ ਤੇ ਵੀ ਬੜਾ ਕਹਿਣ ਨੂੰ ਅਫਸੋਸ ਹੁੰਦਾ ਹੈ, ਨਸ਼ੇ ਕਰਨ ਵਾਲੇ, ਕੇਸ ਰੰਗਣ ਵਾਲੇ, ਉਹ ਬੰਦੇ ਵੀ ਜਿਹੜੇ ਹਨ ਦੌੜ ਕੇ ਕਹਿੰਦੇ ਹਨ ਕਿ ਅਸੀਂ ਫਲਾਣਾ ਮੈਂਬਰ ਬਣਨਾ ਹੈ, ਗੁਰਦੁਆਰੇ ਦਾ ਪ੍ਰਧਾਨ ਬਣਨਾ ਹੈ, ਸੈਕਟਰੀ ਬਣਨਾ ਹੈ। ਔਰ ਤੁਸੀਂ ਆਪ ਫਿਰ ਸਮਝ ਸਕਦੇ ਹੋ ਕਿ ਬਈ ਜਿਹੜੇ ਐਸੇ ਮੈਂਬਰ ਆਣਗੇ
ਉਹ ਕਿਹੜੇ ਕਿਸਮ ਦਾ ਗੁਰਦੁਆਰਿਆਂ 'ਚ ਪ੍ਰਚਾਰ ਕਰਨਗੇ। ਇੱਥੇ ਤੱਕ ਕਿ ਕਈ ਸਟੇਜਾਂ ਤੋਂ ਸਾਨੂੰ ਕਹਿ ਦਿੱਤਾ ਜਾਂਦਾ ਹੈ ਕਿ ਐਜ਼ ਏ ਪ੍ਰਚਾਰਕ ਵਿਚਰਦਿਆਂ ਤੁਸੀਂ ਫਲਾਣੀ ਗੱਲ ਇੱਥੇ ਨਹੀਂ ਬੋਲਣੀ। ਔਰ ਤੁਹਾਨੂੰ ਕੁਝ ਏਰੀਏ ਹਨ, ਮੈਂ ਨਾਂ ਨਹੀਂ ਲਵਾਂਗਾ, ਇੱਥੇ ਸਾਡੇ ਸਮਾਜ ਵਿੱਚ ਐਸੇ ਏਰੀਏ ਹਨ ਜਿੱਥੇ ਸ਼ਰਾਬਾਂ ਦੀਆਂ ਸਟਾਲ ਲੱਗਦੇ ਹਨ। ਬਿਲਕੁਲ। ਔਰ ਇੱਥੇ ਤੱਕ ਵੀ ਅਸੀਂ ਸੁਣਿਆ ਹੈ ਕਿ ਬਈ ਜਿਹੜੇ ਪ੍ਰਧਾਨ ਸੋ ਕਾਲਡ ਜਿਹੜੇ ਨਾ ਗੁਰਦੁਆਰਾ ਕਮੇਟੀ ਦੇ, ਉਹ ਸ਼ਰਾਬ ਪੀ ਕੇ ਨਸ਼ੇ ਕਰਕੇ ਗੁਰਦੁਆਰਾ ਸਾਹਿਬ ਆ ਜਾਂਦੇ ਹਨ, ਸਟੇਜਾਂ ਤੇ ਬੋਲ ਵੀ ਜਾਂਦੇ ਹਨ। ਤੇ ਹੁਣ ਅਗਰ ਇਹ ਮੈਨੇਜਮੈਂਟ ਸਾਡੀ ਕਮੇਟੀਆਂ ਕਰਨਗੀਆਂ ਤੇ ਫਿਰ ਗੁਰਦੁਆਰੇ ਦਾ ਜਿਹੜਾ ਪ੍ਰਚਾਰ ਹੈ, ਗੁਰਮਤਿ ਦਾ ਪ੍ਰਚਾਰ ਹੈ, ਜੋ ਸਾਡਾ ਮੇਨ ਏਮ ਸੀ, ਉਹ ਕਿੱਥੇ ਜਾਏਗਾ। ਫਿਰ ਅਸਾਂ ਨੇ ਇਹ ਜਿਹੜੇ ਹਨ ਇਹਨਾਂ ਕਮੇਟੀ ਦੇ ਮੈਂਬਰਾਂ ਨੇ ਦੇਖਣਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਅਨੁਸਾਰ ਪ੍ਰਚਾਰ ਹੋਏ। ਠੀਕ ਹੈ ਨਾ। ਲੇਕਿਨ ਜਿਸ ਦਾ ਆਪ ਦਾ ਪੱਧਰ ਇਹ ਹੈ, ਉਹ ਕਿਹੜੇ ਗ੍ਰੰਥੀ ਨੂੰ ਰੱਖੇਗਾ। ਹਾਂ ਬਿਲਕੁਲ, ਇਹੀ ਮੇਰਾ ਅਗਲਾ ਸਵਾਲ ਵੀ ਇਹੋ ਹੀ ਸੀ ਕਿ ਅਗਰ ਸਾਡੇ ਕੋਲ ਜਿਹੜੇ ਸਾਡੇ ਪ੍ਰਬੰਧਕ ਨੇ ਉਹ ਇਸ ਲੈਵਲ ਦੇ ਨੇ, ਜਿਹੜੇ ਕਿ ਅੱਜ ਕੱਲ ਆਮ ਤੌਰ ਤੇ ਦੇਖੇ ਜਾਂਦੇ ਹਨ ਮੋਸਟਲੀ ਗੁਰਦੁਆਰਾ ਸਾਹਿਬਾਂ ਦੇ ਵਿੱਚ, ਤੇ ਉਸ ਤਰ੍ਹਾਂ ਦੇ ਅਗਰ ਪ੍ਰਬੰਧਕ ਹੋਣਗੇ ਤੇ ਉਹ ਫਿਰ ਜਿਹੜਾ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੀ ਹਜ਼ੂਰੀ ਦੇ ਵਿੱਚ, ਜਿਨ੍ਹਾਂ ਨੂੰ ਅਸੀਂ ਗ੍ਰੰਥੀ ਸਿੰਘ ਕਹਿੰਦੇ ਹਾਂ ਜਾਂ ਸੇਵਾਦਾਰ ਕਹਿੰਦੇ ਹਾਂ ਜਾਂ ਆਪਣਾ ਕੁਝ ਵੀ ਕਹਿ ਲਓ ਤੁਸੀਂ, ਰਾਗੀ ਸਿੰਘ ਕਹਿੰਦੇ ਹਾਂ, ਹੈ ਨਾ, ਉਹਨਾਂ ਦਾ ਕ੍ਰਾਈਟੇਰੀਆ ਵੀ ਤਾਂ ਫਿਰ ਉਹ ਸੈੱਟ ਕਰਨਾ ਚਾਹੀਦਾ ਨਾ। ਜੇ ਉਹਨਾਂ ਦਾ ਕ੍ਰਾਈਟੇਰੀਆ, ਅਗਰ ਸਾਡੇ ਪ੍ਰਬੰਧਕਾਂ ਦਾ ਕ੍ਰਾਈਟੇਰੀਆ ਐਸਾ ਹੋਏਗਾ ਤੇ ਫਿਰ ਉਹਨਾਂ ਦਾ ਤਾਂ ਕੀ ਕਹਿਣਾ ਚਾਹੋਗੇ ਉਹਦੇ ਬਾਰੇ? ਦੇਖੋ, ਇਹਦੇ ਵਿੱਚ ਅਸੀਂ ਜਿਹੜੇ ਕੰਪੇਅਰ ਕਰੀਏ, ਅਸੀਂ ਕ੍ਰਿਸਚੀਅਨ ਮਿਸ਼ਨਰੀ ਦੇਖੀਏ ਜਿਹੜੇ ਉਹਨਾਂ ਦੇ ਪ੍ਰਚਾਰਕ ਹਨ ਜਾਂ ਇਸਲਾਮ ਦੇ ਪ੍ਰਚਾਰਕ ਹਨ, 14 ਸਾਲ ਕੋਈ 18 ਸਾਲ। ਔਰ ਕ੍ਰਿਸਚਨ ਦਾ ਤੇ ਮੈਂ ਫਾਦਰ ਨਾਲ ਮੇਰੀ ਗੱਲ ਹੋਈ ਤੇ ਉਹ ਕਹਿਣ ਲੱਗਾ ਕਿ ਅਸਾਂ ਨੂੰ ਪਹਿਲੇ ਇਹ ਚੀਜ਼ ਹੈ ਕਿ ਅਸੀਂ ਪੂਰੀ ਉਮਰ ਵਿਆਹ ਨਹੀਂ ਕਰਾਣਾ। ਉਹ ਤੇ ਗੁਰਮਤ ਵਿੱਚ ਨਹੀਂ ਹੈ, ਲੇਕਿਨ ਉਹ ਇਤਨਾ ਸੈਕਰੀਫਾਈ ਕਰਕੇ ਤੇ ਉਹ ਜਿਹੜੇ ਹਨ ਉਹ ਫਾਦਰ ਬਣਾਉਂਦੇ ਹਨ। ਲੇਕਿਨ ਅੱਜ ਅਸਾਂ ਦਾ ਜਿਹੜਾ ਗ੍ਰੰਥੀ ਹੈ, ਮੈਨੂੰ ਮਾਫ ਕਰਨਾ, ਕਿ ਉਹਦੀ ਕੋਈ ਯੋਗਤਾ ਨਹੀਂ ਹੈ ਕਿਧਰੇ ਵੀ। ਉਹ ਜਿਹੜੇ ਕੰਮ ਢੂੰਡਦੇ ਹਨ, ਜਿਹੜੇ ਨਹੀਂ ਮਿਲਿਆ, ਤੇ ਕੋਈ ਵੀ ਉਸੀ ਅਸਾਂ ਨੇ ਮਿਨੀਮਮ ਕੋਈ ਵੀ ਕੋਰਸ ਨਹੀਂ ਰੱਖਿਆ, ਕੋਈ ਪੜ੍ਹਾਈ ਨਹੀਂ ਰੱਖੀ ਕਿ ਬਈ ਇਹਨੇ ਸਾਡੀ ਗੁਰਮਤ ਦਾ ਪ੍ਰਚਾਰ ਕਰਨਾ ਹੈ। ਕਮ ਸੇ ਕਮ ਅਸੀਂ ਇਹ ਤੇ ਦੇਖੀਏ ਭਈ ਇਸ ਨੂੰ ਰਹਿਰਾਸ ਸਾਹਿਬ, ਜਪਜੀ ਸਾਹਿਬ ਆਂਦਾ ਵੀ ਹੈ ਕਿ ਨਹੀਂ। ਮਤਲਬ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਐਲੀਜੀਬਿਲਿਟੀ, ਜਿਸਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਨੀ ਹੈ, ਉਹਦੇ ਵਾਸਤੇ ਵੀ ਇੱਕ ਐਲੀਜੀਬਿਲਿਟੀ ਕ੍ਰਾਈਟੇਰੀਆ ਹੋਣਾ ਜ਼ਰੂਰੀ ਹੈ। ਬਿਲਕੁਲ, ਕੋਈ ਮਿਨੀਮਮ ਅਸੀਂ ਕੋਰਸ ਰੱਖੀਏ, ਕੋਈ 2 ਸਾਲ 3 ਸਾਲ ਦਾ। ਫਿਰ ਰਾਗੀ ਸਿੰਘਾਂ ਦੀ ਗੱਲ ਆ ਜਾਂਦੀ ਹੈ ਕਿ ਬਈ ਰਾਗੀ ਸਿੰਘਾਂ ਨੇ ਰਹਾਉ ਦੀ ਤੁਕ ਨੂੰ, ਜਿੱਥੇ ਕਿ ਸੈਂਟਰਲ ਆਈਡੀਆ ਹੁੰਦਾ ਹੈ, ਜਿੱਥੇ ਸਾਰਾ ਸ਼ਬਦ ਦਾ ਭਾਵ ਜਿਹੜਾ ਹੈ ਉਹ ਘੁੰਮਦਾ ਹੈ, ਉਥੇ ਉਹਦੇ ਮੁਤਾਬਕ ਹੀ ਅਸੀਂ ਸਾਰੇ ਅਰਥ ਕਰਨੇ ਹੁੰਦੇ ਹਨ। ਕੋਈ ਰਾਗੀ ਹੋਏਗਾ ਜਿਹੜਾ ਉਹ ਉਸ ਨੂੰ ਰਹਾਉ ਨੂੰ ਤੁਕ ਨੂੰ ਆਧਾਰ ਬਣਾ ਕੇ ਕੀਰਤਨ ਕਰਦਾ ਹੈ। ਤੇ ਉਹ ਗੱਲ ਉਸ ਤਰ੍ਹਾਂ ਹੀ ਆ ਗਈ ਕਿ ਜਿਹੜੇ ਸਾਡੇ ਨੌਜਵਾਨ ਆ ਰਹੇ ਨੇ, ਸੰਗਤ ਆ ਰਹੀ ਹੈ, ਉਹ ਜਿਸ ਤਰ੍ਹਾਂ 10 ਸਾਲ ਦੇ ਉਹ ਗੁਰਦੁਆਰੇ ਆਉਂਦੇ ਸਨ, ਉਸੇ ਤਰ੍ਹਾਂ ਕੋਰੇ ਦੇ ਕੋਰੇ ਰਹਿ ਜਾਂਦੇ ਹਨ। ਜਿਸ ਤਰ੍ਹਾਂ ਕਿ ਮੈਂ ਗੱਲ ਕੀਤੀ ਹੈ, ਕਾਸਟਾਂ ਉਹਨਾਂ ਦੇ ਨਾਂ ਨਾਲ ਲੱਗੀਆਂ, ਕੋਈ ਗੁਰਮਤ ਦੀ ਉਹਨਾਂ ਨੂੰ ਗੱਲ ਪੁੱਛ ਕੇ ਦੇਖੋ। ਤੇ ਮੀਡੀਆ ਤੇ ਵੀ ਤੁਹਾਡੇ ਜੈਸੇ ਵੀਰ ਸੇਵਾ ਕਰਦੇ ਰਹਿੰਦੇ ਹਨ ਕਿ ਉਹਨਾਂ ਨੂੰ ਬਿਲਕੁਲ ਗੁਰੂ ਸਾਹਿਬਾਨ ਦੇ ਨਾਮ ਨਹੀਂ ਪਤਾ, 5 ਪਿਆਰਿਆਂ ਦੇ ਨਾਮ ਨਹੀਂ ਪਤਾ। ਤੇ ਇੱਕ ਪੰਥ ਦਰਦੀ ਹੋਣ ਦੇ ਨਾਤੇ ਸਾਨੂੰ ਸੋਚਣਾ ਤਾਂ ਚਾਹੀਦਾ ਵੀ ਅਸੀਂ ਇਤਨਾ ਜਿਹੜਾ ਹੈ ਇਨਵੈਸਟਮੈਂਟ ਕਰ ਰਹੇ ਹਾਂ, ਜੋ ਕੁਝ ਅਸੀਂ ਕਰ ਰਹੇ ਹਾਂ, ਇਤਨੀ ਬਿਲਡਿੰਗਸ ਬਣਾ ਰਹੇ ਹਾਂ, ਇਤਨਾ ਅਸੀਂ 10-10 ਦਾ ਸਟਾਫ ਵੀ ਰੱਖਿਆ ਹੋਇਆ ਗੁਰਦੁਆਰੇ ਸਾਹਿਬ, ਤੇ ਸਾਡੀ ਇਹਨਾਂ ਦੀ ਆਊਟਪੁੱਟ ਕੀ ਹੈ? ਗੁਰਮਤ ਪ੍ਰਚਾਰ ਵਿੱਚ ਸਾਡੀ ਸਿੱਖੀ ਕਿਤਨੀ ਚੜ੍ਹਦੀ ਕਲਾ ਵਿੱਚ ਜਾ ਰਹੀ ਹੈ। ਅਸੀਂ ਜਿਹੜਾ ਸਮਾਗਮ ਕਰਦੇ ਹਾਂ, ਕਿਸੇ ਗੁਰੂ ਦਾ ਪੁਰਬ ਬਣਾਉਂਦੇ ਹਾਂ, ਉਹਦਾ ਏਮ ਇਹ ਹੁੰਦਾ ਹੈ ਕਿ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਹਨ, ਉਹਨਾਂ ਨੂੰ ਸੁਣ ਕੇ ਅਪਣਾ ਕੇ ਅਸੀਂ ਜੀਵਨ ਉਹਨਾਂ ਅਨੁਸਾਰ ਬਣਾਉਣਾ ਹੈ। ਲੇਕਿਨ ਅੱਜ ਅਸਾਂ ਦੀ ਜਿਹੜੀ ਹਾਲਤ ਪਈ ਹੈ, ਉਹ ਗੁਰੂ ਸਾਹਿਬ ਦੇ ਨਾਮ ਨਹੀਂ ਸਾਡੇ ਬੱਚਿਆਂ ਨੂੰ ਪਤਾ, ਔਰ ਪੜ੍ਹੇ ਲਿਖੇ ਬੱਚੇ ਜਿਹੜੀ ਫੈਮਲੀਆਂ ਦੇ ਹਨ। ਤੇ ਫਿਰ ਸਾਡਾ ਇਹ ਸੋਚਣ ਨੂੰ, ਸਾਰਿਆਂ ਨੂੰ ਸੋਚਣਾ ਚਾਹੀਦਾ ਹੈ, ਜਿਹੜਾ ਵੀ ਪੰਥ ਦਾ ਦਰਦ ਰੱਖਦਾ ਹੈ, ਕਿ ਅਸਾਂ ਨੂੰ ਇੱਕ ਗੁਰਦੁਆਰੇ ਦੇ ਸਿਸਟਮ ਨੂੰ ਕੁਝ ਚੇਂਜ ਕਰਨ ਦੀ ਲੋੜ ਹੈ ਕਿ ਨਹੀਂ ਹੈ। ਕਿਉਂਕਿ ਜਿਸ ਤਰੀਕੇ ਦੇ ਨਾਲ ਅਸੀਂ ਗੱਲ ਕੀਤੀ ਕਿ ਅੱਜ ਦੀ ਜਿਹੜੇ ਅੱਜ ਕੱਲ ਜਿਹੜਾ ਅਸੀਂ ਪ੍ਰਬੰਧਕ ਦੇਖਦੇ ਹਾਂ, ਉਹੋ ਜਿਹੇ ਪ੍ਰਬੰਧਕ ਅਗਰ ਸਾਡੀਆਂ ਕਮੇਟੀਆਂ ਦੇ ਵਿੱਚ ਆ ਜਾਂਦੇ ਨੇ ਤੇ ਕਿਤੇ ਨਾ ਕਿਤੇ ਐਡਮਿਨਿਸਟ੍ਰੇਟਿਵ ਜਾਂ ਪੋਲੀਟੀਕਲ ਪ੍ਰੈਸ਼ਰ ਜਿਹੜਾ ਹੈ ਉਹ ਵੀ ਨਾ ਕਿਤੇ ਗੁਰਦੁਆਰਾ ਸਾਹਿਬਾਂ ਦੇ ਸਟੇਜਾਂ ਦੇ ਉੱਪਰ ਨਹੀਂ ਦੇਖਣ ਨੂੰ ਮਿਲਦਾ। ਕਿਉਂਕਿ ਬਹੁਤ ਸਾਰੀਆਂ ਘਾਟਾਂ ਜਿਹੜੀਆਂ ਗੁਰਮਤ ਦੇ ਉਲਟ ਐਸੇ ਕੰਮ ਹੋ ਜਾਂਦੇ ਹਨ, ਪਰ ਇਤਨੀ ਹਿੰਮਤ ਨਹੀਂ ਹੁੰਦੀ ਕਿਸੇ ਵੀ ਪ੍ਰਬੰਧਕ ਦੀ
ਕਿ ਉਹ ਸਟੇਜ ਤੋਂ ਉੱਠ ਕੇ ਉਸ ਦੀ ਕਮ ਸੇ ਕਮ ਮਾਫੀ ਮੰਗ ਲਵੇ ਜਾਂ ਉਸ ਨੂੰ ਸੋਧ ਕਰ ਸਕੇ? ਇਹਦੇ ਵਿੱਚ ਪਹਿਲੀ ਗੱਲ ਤੇ ਸਾਡੀ ਅਸਾਂ ਨੇ ਸਿਸਟਮ ਦੇਖ ਲਿਆ ਕਿ ਪਹਿਲੀ ਗੱਲ ਹੈ ਕਿ ਸਾਡੇ ਕੋਲ ਜਿਹੜੇ ਮੈਂਬਰ ਆਉਂਦੇ ਹਨ ਉਹਨਾਂ ਦਾ ਕੋਈ ਕ੍ਰਾਈਟੇਰੀਆ ਹੀ ਨਹੀਂ ਹੈ ਕਿ ਬਈ ਮਿਨੀਮਮ ਇਹ ਚੀਜ਼ ਉਹਨਾਂ ਮੈਂਬਰਸ ਦੀ ਵੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ, ਉਹਨਾਂ ਦਾ ਜੀਵਨ ਹੋਣਾ ਚਾਹੀਦਾ, ਨਸ਼ਾ ਕਰਨ ਵਾਲੇ ਨਾ ਹੋਣ, ਕੋਈ ਕੇਸ ਰੰਗਣ ਵਾਲੇ ਨਾ ਹੋਣ, ਗੁਰਮਤ ਦਾ ਗਿਆਨ ਰੱਖਣ ਵਾਲੇ ਹੋਣ, ਤਾਂ ਹੀ ਉਹ ਗੁਰਮਤ ਨੂੰ ਅੱਗੇ ਲਾਗੂ ਕਰਨਗੇ। ਤੇ ਜਿਨ੍ਹਾਂ ਦਾ ਜਿਹੜੇ ਬਿਲਕੁਲ ਕੋਰੇ ਦੇ ਕੋਰੇ ਬਣ ਗਏ ਪ੍ਰਬੰਧਕ, ਉਹਨਾਂ ਦਾ ਏਮ ਹੁੰਦਾ ਹੈ ਕਿ ਅਸੀਂ ਜਾਂ ਤੇ ਇੱਕ ਚੌਧਰ ਹੁੰਦੀ ਹੈ ਕਿ ਬਈ ਅਸੀਂ ਸਾਡੇ ਦੇਖਣਗੇ ਬਈ ਫਲਾਣਾ ਇਤਨਾ ਵੱਡਾ ਆਫੀਸਰ ਆਇਆ ਹੈ ਉਹਦੇ ਨਾਲ, ਤੇ ਕੁਝ ਦਾ ਏਮ ਇਹ ਹੁੰਦਾ ਹੈ ਕਿ ਅਸੀਂ ਇਹ ਇਨਫਲੂਐਂਸ ਲਾ ਕੇ ਜਿਹੜੇ ਮੇਰੇ ਵਰਗੇ ਮੁਲਾਜ਼ਮ ਹਨ ਉਹ ਕਹਿੰਦੇ ਹਨ ਕਿ ਜੇ ਸਾਨੂੰ ਅੱਛੀ ਪੋਸਟਿੰਗ ਮਿਲ ਜਾਏ। ਤੇ ਜਿਹੜਾ ਗੁਰੂ ਦੀ ਜਿਹੜੀ ਉਹ ਰਿਸਪੈਕਟ ਹੈ, ਅਸੀਂ ਇੱਥੇ ਤੱਕ ਵੀ ਦੇਖਿਆ ਹੈ ਕਿ ਕਈ ਜਗ੍ਹਾ ਕਈ ਪ੍ਰਬੰਧਕਾਂ ਨੇ ਕੀਰਤਨ ਤੱਕ ਰੋਕ ਦਿੱਤੇ ਕਿ ਫਲਾਣਾ ਬੰਦਾ ਆ ਗਿਆ ਹੈ, ਹੁਣ ਕੀਰਤਨ ਰੋਕ ਦਿਓ, ਹੁਣ ਅਸੀਂ ਉਹਨਾਂ ਨੂੰ ਸਰੋਪਾਵ ਦੇਣੇ। ਤੇ ਇਹ ਮਹਾਰਾਜਾ ਸਾਡੇ ਗੁਰੂ ਦਰਬਾਰ ਵਿੱਚ ਜਿਹੜੇ ਅਕਬਰ ਆਇਆ ਸੀ, ਉਹਨੇ ਨੂੰ ਵੀ ਗੁਰੂ ਸਾਹਿਬ ਨੇ ਪਹਿਲੇ ਕਿਹਾ ਸੀ ਜਾ ਕੇ ਤੂੰ ਪੰਗਤ ਵਿੱਚ ਲੰਗਰ ਛਕ। ਤੇ ਅੱਜ ਸਾਡਾ ਅੱਜ ਸਿੱਖੀ ਦਾ ਅਸੀਂ ਆਪਣੇ ਆਪ ਨੂੰ ਸਿੱਖ ਖਵਾਉਂਦੇ ਹਾਂ। ਅਸੀਂ ਕਿਤਨੇ ਨੀਵੇਂ ਪੱਧਰ ਤੇ ਚਲੇ ਗਏ ਕਿ ਅਸੀਂ ਮਤਲਬ ਇੱਕ ਛੋਟੇ ਤੋਂ ਛੋਟਾ ਜਿਹਾ ਮਹੱਲੇ ਦਾ ਪਾਰਸ਼ਦ ਆ ਜਾਏ, ਵੱਡੇ ਦੇ ਅਹੁਦੇ ਗੱਲ ਹੀ ਛੱਡੋ, ਤੇ ਸਾਡੇ ਸਾਰਾ ਕੁਝ ਕੀਰਤਨ ਤੱਕ ਰੋਕਣ ਦੀ ਗੱਲ ਆ ਜਾਂਦੀ ਹੈ। ਤੇ ਇਹ ਸਾਡਾ ਜਿਹੜੀ ਹੈ ਕੌਮ ਦੀ ਗਿਰਾਵਟ ਦੀ ਨਿਸ਼ਾਨੀ ਹੈ, ਕੋਈ ਪੰਥ ਦੇ ਚੜ੍ਹਦੀ ਕਲਾ ਦੀ ਨਿਸ਼ਾਨੀ ਨਹੀਂ ਹੈ। ਤੇ ਹੁਣ ਤੁਸੀਂ ਕੀ ਕਹੋਗੇ, ਕਿਵੇਂ ਅਸੀਂ ਇਹੋ ਜਿਹੇ ਪ੍ਰਬੰਧਕੀ ਢਾਂਚਿਆਂ ਨੂੰ ਕਿਵੇਂ ਸੁਧਾਰ ਸਕਦੇ ਹਾਂ, ਖਾਸ ਕਰਕੇ ਨੌਜਵਾਨਾਂ ਦੇ ਪ੍ਰਤੀ ਤੁਸੀਂ ਅਗਰ ਕੁਝ ਕਹਿਣਾ ਚਾਹੋ? ਕਿਉਂਕਿ ਆਉਣ ਵਾਲਾ ਸਮਾਂ ਭਵਿੱਖ ਜਿਹੜਾ ਹੈ ਸਾਡਾ, ਉਹ ਸਾਡੇ ਬੱਚੇ ਤੇ ਸਾਡੇ ਨੌਜਵਾਨ, ਉਹਨਾਂ ਦੇ ਪ੍ਰਤੀ ਤੁਸੀਂ ਕੋਈ ਸੁਨੇਹਾ ਦੇਣਾ ਚਾਹੋ? ਸਭ ਤੋਂ ਪਹਿਲੇ ਅਸੀਂ ਸਿਸਟਮ ਦੇਖੀਏ ਕਿ ਜਿਸਲੇ ਇਹ ਜੋ ਇਲੈਕਸ਼ਨ ਸਿਸਟਮ ਹੈ, ਚਲੋ ਸਾਡੇ ਇਹ ਥੋਪ ਦਿੱਤਾ ਗਿਆ ਹੈ, ਇਹਦੇ ਉੱਪਰ ਅਸੀਂ ਦੇਖੀਏ ਕਿ ਜਿਹੜਾ ਵੀ ਕੋਈ ਮੈਂਬਰ ਖੜਾ ਹੋਏ, ਸਭ ਤੋਂ ਪਹਿਲੇ ਅਸੀਂ ਆਪਣੇ ਤੋਂ ਸ਼ੁਰੂ ਕਰੀਏ ਕਿ ਮੈਂ ਗੁਰਮਤ ਦਾ ਧਾਰਨੀ ਹਾਂ, ਕੀ ਮੈਂ ਅੰਮ੍ਰਿਤਧਾਰੀ ਹਾਂ, ਕੀ ਨਸ਼ਾ ਤਾਂ ਨਹੀਂ ਕਰਦਾ, ਕੀ ਮੈਂ ਪ੍ਰਬੰਧ ਚਲਾਉਣ ਦੇ ਕਾਬਲ ਹਾਂ, ਉਹੀ ਬੰਦਾ ਅੱਗੇ ਆਏ। ਉਹਦੇ ਬਾਅਦ ਜਿਹੜੀ ਗੱਲ ਆ ਜਾਂਦੀ ਹੈ ਕਿ ਸੰਗਤ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਕਿਸੇ ਵੀ ਧੜੇ ਜਾਂ ਆਪਣੇ ਮੱਲੇ ਆਪਣੀ ਫੈਮਿਲੀ ਤੋਂ ਉੱਪਰ ਉੱਠ ਕੇ ਐਸੇ ਮੈਂਬਰਸ ਨੂੰ ਅੱਗੇ ਲਿਆਇਆ ਜਾਏ ਜਿਹੜੇ ਗੁਰਮਤ ਦੇ ਧਾਰਨੀ ਹਨ, ਕਿਉਂਕਿ ਹਰ ਇਲਾਕੇ ਵਿੱਚ ਹਰ ਬੰਦੇ ਨੂੰ ਪਤਾ ਹੁੰਦਾ ਹੈ। ਤੇ ਉਹਨਾਂ ਨੂੰ ਬੰਦਿਆਂ ਨੂੰ ਜਿਹੜਾ ਹੈ ਅੱਗੇ ਲਿਆਇਆ ਜਾਏ। ਫਿਰ ਉਹ ਬੰਦੇ ਜਿਸ ਵੇਲੇ ਸਾਡੇ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਆਣਗੇ ਤੇ ਮਿਨੀਮਮ ਜਿਹੜੇ ਸਾਡੇ ਗ੍ਰੰਥੀ ਹਨ, ਰਾਗੀ ਹਨ, ਉਹਨਾਂ ਦੀ ਅਸੀਂ ਡਿਊਟੀ ਲਗਾਣੀ ਹੈ ਕਿ ਨਾ ਕਿ ਸਿਰਫ ਸਟੇਜ ਤੋਂ, ਬਲਕਿ ਆਮ ਵੀ ਸਾਡੀ ਜਿਹੜੀ ਗੁਰਮਤ ਕਲਾਸ ਹੈ ਉਹ ਡੇਲੀ ਹਰ ਗੁਰਦੁਆਰੇ ਵਿੱਚ ਕੀਰਤਨ ਸਿਖਲਾਈ, ਜਿਹੜਾ ਕੀਰਤਨ ਵੀ ਹੈ, ਤਪਲਾ ਹੈ ਔਰ ਸ਼ੁੱਧ ਉਚਾਰਨ ਹੈ, ਇਹ ਕਲਾਸ ਤੇ ਬਿਲਕੁਲ ਲਾਜ਼ਮੀ ਕਰਨੀ ਹੈ ਕਿ ਇਹ ਚਾਹੇ ਉਹਨਾਂ ਦੀ ਉਸ ਵਾਸਤੇ ਤੁਸੀਂ ਸਪੈਸ਼ਲ ਉਹਨਾਂ ਦੀ ਭੇਟਾ ਵਧਾ ਦਿਓ, ਲੇਕਿਨ ਇਹ ਕਲਾਸ ਜਿਹੜੀ ਗੁਰਮਤ ਕਲਾਸ ਹੈ ਇਹ ਤਾਂ ਮਸਟ ਹੈ। ਇਸ ਦੇ ਬਗੈਰ ਤੇ ਨਾ ਸਾਡੀ ਲੈਂਗੁਏਜ ਬਚਣੀ ਔਰ ਨਾ ਸਾਡੇ ਗੁਰਦੁਆਰੇ ਬਚਣੇ। ਇਹ ਚੀਜ਼ ਬਹੁਤ ਜ਼ਰੂਰੀ ਹੈ। ਔਰ ਸਾਡਾ ਕੋਈ ਵੀ ਗ੍ਰੰਥੀ ਰਾਗੀ ਹੈ ਉਹਦਾ ਮਿਨੀਮਮ ਜਿਹੜਾ, ਮੈਂ ਹੁਣ ਦਾਸ ਕਾਲਜ ਮਿਸ਼ਨਰੀ ਕਾਲਜ ਦਾ ਹੋਣ ਨਾਤੇ ਸਾਡੇ ਕੋਲ ਇਹ ਜਿਹੜੀ ਚੀਜ਼ ਹੈ ਅਵੇਲੇਬਲ ਹੈ। 2 ਸਾਲਾ ਕਰਾਸਪੋਂਡੈਂਸ ਕੋਰਸ ਹੈ ਸਾਡਾ, ਰੈਗੂਲਰ ਜਿਹੜੇ ਕਾਲਜ ਚੱਲ ਰਹੇ ਹਨ ਉੱਥੇ ਵੀ ਜਿਹੜੇ ਹਨ ਤੁਸੀਂ 2-3 ਸਾਲ ਵਿੱਚ ਟ੍ਰੇਨਡ ਹੋ ਕੇ ਆ ਸਕਦੇ ਹੋ। ਤੇ ਉਹ ਮਿਨੀਮਮ ਜਿਹੜਾ ਹੈ ਜਿਹੜੇ ਪ੍ਰਬੰਧਕ ਹਨ ਉਹਦਾ ਇੰਤਜ਼ਾਮ ਕਰਨ। ਔਰ ਗੁਰਦੁਆਰੇ ਜਿਹੜੇ ਹਨ, ਗੁਰਮਤ ਸਟੇਜ ਤੋਂ ਨੌਨ ਸਿੱਖ ਬੋਲ ਨਹੀਂ ਸਕਦਾ ਔਰ ਕੋਈ ਵੀ ਪੋਲੀਟੀਕਲ ਗੱਲਾਂ ਜਿਹੜੀਆਂ ਹਨ, ਇਹ ਚੀਜ਼ਾਂ ਤਾਂ ਰਹਿਤ ਮਰਿਆਦਾ ਚ ਸਾਫ਼ ਲਿਖੀਆਂ ਹਨ। ਤੇ ਇਹ ਚੀਜ਼ਾਂ ਜਿਹੜੀਆਂ ਅਸੀਂ ਰੋਕ ਜਿਹੜੀਆਂ ਹਨ ਸਟੇਜ ਤੋਂ ਅਲੱਗ ਕਰਨੀਆਂ ਹਨ ਤੇ ਸਿਰਫ ਗੁਰਮਤ ਦਾ ਪ੍ਰਚਾਰ ਹੋਏ। ਔਰ ਇੱਥੇ ਤੱਕ ਕਿ ਜਿਸ ਤਰ੍ਹਾਂ ਫਾਰਨ ਕੰਟਰੀ 'ਚ ਜਿਹੜੀਆਂ ਕਮੇਟੀਆਂ ਸੁਚੇਤ ਹਨ, ਉਹ ਮੁਬਾਰਕ ਹੈ ਉਹਨਾਂ ਨੂੰ ਕਿ ਉਹਨਾਂ ਨੇ ਪਿੱਛੇ ਜਿਹੜੀਆਂ ਹਨ ਉਹ ਸਕਰੀਨ ਚੱਲਦੀ ਹੈ, ਉੱਥੇ ਗੁਰਬਾਣੀ ਚੱਲਦੀ ਹੈ, ਉਹਨਾਂ ਦੇ ਨਾਲ ਅਰਥ ਹੁੰਦੇ ਹਨ। ਕਿਉਂਕਿ ਸਾਨੂੰ ਗੁਰਬਾਣੀ ਤੋਂ ਸਪਸ਼ਟ ਫਰਮਾਨ ਹੈ, ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰਾ ਵਿਚਾਰ। ਸ਼ਬਦ ਦੀ ਵਿਚਾਰ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ। ਅਸੀਂ ਸਿਰਫ ਮੱਥਾ ਟੇਕ ਕੇ ਆ ਜਾਂਦੇ ਹਾਂ, ਹੁਕਮਨਾਮਾ ਸੁਣ ਕੇ ਜਾਂ ਕੀਰਤਨ ਸੁਣ ਕੇ ਜਿਹੜੀ ਸਾਨੂੰ ਸਮਝ ਬਿਲਕੁਲ ਨਹੀਂ ਆਉਂਦੀ ਹੈ। ਉਹ ਅਸੀਂ ਜਿਹੜੀ ਉਹ ਸੇਵਾ ਹੈ ਗੁਰ ਕੀ ਸੇਵਾ,
ਸ਼ਬਦ ਵਿਚਾਰ, ਉਹ ਸ਼ਬਦ ਵਿਧੀ ਵਿਚਾਰ ਜਿਹੜੀ ਹੈ ਉਹ ਵੀ ਅਸੀਂ ਜਿਹੜੀ ਹੈ ਸ਼ੁਰੂ ਕਰਨੀ ਹੈ। ਤਾਂ ਹੀ ਤਾਂ ਸਾਨੂੰ ਪਤਾ ਲੱਗੇਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਕਿਤਨੀ ਉੱਚੀ ਸੁੱਚੀ ਹੈ। ਔਰ ਮੇਰਾ ਮੰਨਣਾ ਹੈ ਕਿ ਅਗਰ ਸਾਡੇ ਨੌਜਵਾਨਾਂ ਨੂੰ ਇਹ ਗੁਰਮਤ ਪਤਾ ਲੱਗੇਗੀ ਤੇ ਉਹ ਪ੍ਰਾਊਡ ਕਰਨਗੇ ਕਿ ਅਸੀਂ ਸਿੱਖ ਹਾਂ। ਔਰ ਅੱਜ ਦੀ ਵਿਚਾਰਧਾਰਾ ਸਾਰੀ ਕਾਇਨਾਤ ਨੂੰ, ਔਰ ਇੱਥੇ ਤੱਕ ਕਿ ਫਾਰਨ ਦੇ ਜਿਹੜੇ ਹਨ ਬੜੇ ਸਕਾਲਰ, ਉਹਨਾਂ ਨੇ ਲਿਖਿਆ ਇਹ ਜਿਹੜਾ ਧਰਮ ਹੈ ਇਹ ਗੁਰੂ ਗ੍ਰੰਥ ਸਾਹਿਬ ਹੋਲੀ ਗ੍ਰੰਥ ਆ ਵਰਲਡ, ਸਾਰੀ ਕਾਇਨਾਤ ਦੇ ਜਿਹੜੇ ਹਨ, ਤੇ ਇਹ ਚੀਜ਼ ਹੈ। ਦੂਜਾ ਦੇਖੋ, ਇੱਕ ਸਾਨੂੰ ਦੂਜਿਆਂ ਕੋਲੋਂ ਵੀ ਸਿੱਖਣਾ ਚਾਹੀਦਾ ਹੈ। ਸਾਡੇ ਤੇ ਗੁਰੂ ਹੀ ਸ਼ਬਦ ਗੁਰੂ ਹਨ। ਅਸੀਂ ਪਿੱਛੇ ਮੈਂ ਦੇਖ ਰਿਹਾ ਸਾਂ, ਕੋਈ ਬਾਬਾ ਜੀ ਸਨ ਸੁੰਦਰ ਬਾਣੀ ਦੇ ਵਿੱਚ, ਉਹਨਾਂ ਨੇ ਆਪਣਾ ਜਿਹੜਾ ਉਹਨਾਂ ਦਾ ਡੇਰਾ ਹੈ ਜਾਂ ਜੋ ਵੀ ਅਸੀਂ ਧਰਮਸ਼ਾਲਾ ਕਹਿੰਦੇ ਨੇ, ਜੋ ਵੀ ਕਹਿੰਦੇ ਨੇ, ਉਹਦੇ ਵਿੱਚ ਉਹਨਾਂ ਨੇ ਇੱਕ ਜਿਹੜਾ ਹੈ ਪੂਰਾ ਹਾਲ ਏਸੀ ਬਣਾ ਕੇ ਲਾਇਬ੍ਰੇਰੀ ਟਾਈਪ ਬਣਾ ਲਿਆ ਹੈ, ਤਾਂ ਕਿ ਉੱਥੇ ਬੱਚੇ ਆ ਕੇ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ। ਔਰ ਇਹ ਸੋਚ ਸਾਡੀ ਸ਼ੁਰੂ ਦੀ ਰਹੀ ਕਿ ਬਈ 2-3 ਰੂਮ ਜਿਹੜੇ ਹਨ ਤੁਸੀਂ ਰੱਖੋ ਲਾਇਬ੍ਰੇਰੀ, ਜਿੱਥੇ ਹਰ ਇੱਕ ਬੁੱਕ ਜਿਹੜੀ ਅਵੇਲੇਬਲ ਹੋਏ, ਜਿਸ ਵੇਲੇ ਜਿਸ ਕੋਲ ਟਾਈਮ ਹੋਏ ਉੱਥੇ ਆ ਕੇ ਕਿਉਂਕਿ ਸਾਡੇ ਤੇ ਗੁਰੂ ਹੀ ਬਾਣੀ, ਗੁਰੂ ਹੈ ਬਾਣੀ, ਸ਼ਬਦ ਗੁਰੂ ਸੁਰਤ ਤੁਨ ਚੇਲਾ, ਸਾਡਾ ਤੇ ਗਿਆਨ ਗੁਰੂ ਹੈ। ਜੇ ਦੂਜੇ ਕਮਿਊਨਿਟੀਆਂ ਇਹ ਚੀਜ਼ ਇਨੀਸ਼ੀਏਟਿਵ ਲੈ ਰਹੀਆਂ ਹਨ ਤੇ ਸਾਡੀਆਂ ਕਮੇਟੀਆਂ ਨੂੰ ਵੀ ਇਹ ਚੀਜ਼ ਕਰਨੀ ਚਾਹੀਦੀ ਹੈ ਕਿ ਗੁਰਦੁਆਰਿਆਂ ਦੇ ਨਾਲ ਜਿਹੜੀ ਹੈ ਉਹ ਮਤਲਬ ਲਾਇਬ੍ਰੇਰੀਆਂ ਬਣਨੀਆਂ ਬੜੀ ਜ਼ਰੂਰੀ ਹਨ। ਤੇ ਮੱਲ ਅਖਾੜੇ ਦੇ ਨਾਲ ਜਿਹੜਾ ਹੈ ਅੱਜ ਦੇ ਟਾਈਮ ਦੇ ਵਿੱਚ ਅਗਰ ਕੋਈ ਹੋਰ ਸੁਚੇਤ ਕਮੇਟੀ ਹੈ ਤੇ ਉਹਨਾਂ ਨੂੰ ਜਿਹੜਾ ਹੈ ਨਾਲ ਜਿਮ ਵੀ ਖੋਲਣੇ ਚਾਹੀਦੇ ਹਨ, ਤਾਂ ਕਿ ਸਾਡੇ ਨੌਜਵਾਨ ਸ਼ਾਮ ਨੂੰ ਮੋਬਾਈਲ ਛੱਡ ਕੇ, ਨਸ਼ੇ ਛੱਡ ਕੇ ਤੇ ਜਾ ਕੇ ਉੱਥੇ ਐਕਸਰਸਾਈਜ਼ ਕਰਨ ਤੇ ਚੰਗੇ ਹੈਲਦੀ ਜਿਹੜੇ ਸਾਡੀ ਸੁਸਾਇਟੀ ਵਿੱਚ ਸਾਡੇ ਸਿੱਖ ਜਿਹੜੇ ਵਿਚਰਨਗੇ, ਤੇ ਇੱਕ ਚਲਦੀ ਫਿਰਦੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਉਹਨਾਂ ਸਿੱਖਾਂ ਤੋਂ ਝਲਕਣੀ ਚਾਹੀਦੀ ਹੈ। ਤੋ ਇਹ ਸਨ ਡਾਕਟਰ ਇੰਦਰਪਾਲ ਸਿੰਘ ਜੀ ਨੋਨੀਹਾਲ, ਜੋ ਕਿ ਆਪਣੇ ਬੜੇ ਹੀ ਅੱਛੇ ਤਰੀਕੇ ਦੇ ਨਾਲ, ਬੜੇ ਹੀ ਥੋੜੇ ਲਫ਼ਜ਼ਾਂ ਦੇ ਵਿੱਚ ਇਤਨੀਆਂ ਵੱਡੀਆਂ ਗੱਲਾਂ ਕਹਿ ਗਏ ਹਨ ਕਿ ਜੇਕਰ ਕਿਤੇ ਨਾ ਕਿਤੇ ਇਹ ਪ੍ਰੋਗਰਾਮ ਜਿਹੜੇ ਵੀ ਸਾਡੇ ਨੌਜਵਾਨ ਵੀਰ ਜਾਂ ਕੁਝ ਕਮੇਟੀ ਮੈਂਬਰ ਜਾਂ ਪ੍ਰਬੰਧਕ ਗੁਰਦੁਆਰਿਆਂ ਦੇ ਅਗਰ ਇਸ ਪ੍ਰੋਗਰਾਮ ਨੂੰ ਸੁਣਨ, ਤਾਂ ਕਮ ਸੇ ਕਮ ਕੁਛ ਨਾ ਕੁਛ ਇਹਨਾਂ ਦੇ ਜਿਹੜੇ ਸੁਚੱਜੇ ਵਿਚਾਰ ਸਨ ਉਹਨਾਂ ਦੇ ਵਿੱਚੋਂ ਕੁਛ ਨਾ ਕੁਛ ਤੁਸੀਂ ਜ਼ਰੂਰ ਆਪਣੇ ਗੁਰੂ ਘਰਾਂ ਦੇ ਵਿੱਚ, ਆਪਣੇ ਇਲਾਕਿਆਂ ਦੇ ਗੁਰੂ ਘਰਾਂ ਦੇ ਵਿੱਚ, ਆਪਣੀਆਂ ਕਮੇਟੀਆਂ ਦੇ ਵਿੱਚ, ਆਪਣੇ ਮੈਨੇਜਮੈਂਟ ਦੇ ਵਿੱਚ ਉੱਥੇ ਇਹਨਾਂ ਚੀਜ਼ਾਂ ਨੂੰ ਅਪਲਾਈ ਜ਼ਰੂਰ ਕਰੋ। ਤੋ ਅਸੀਂ ਬਹੁਤ ਧੰਨਵਾਦੀ ਹਾਂ ਡਾਕਟਰ ਸਾਹਿਬ ਤੁਹਾਡੇ। ਇੰਨੇ ਹੀ ਸ਼ਬਦਾਂ ਦੇ ਨਾਲ ਤੁਹਾਡੇ ਕੋਲੋਂ ਅਸੀਂ ਖਿਮਾ ਦੇ ਜਾਚਕ ਹੋਵਾਂਗੇ। ਕੋਸ਼ਿਸ਼ ਕਰਾਂਗੇ ਫਿਰ ਤੁਹਾਡੇ ਕੋਲੋਂ ਕਿਤੇ ਸਮਾਂ ਮਿਲਿਆ ਤਾਂ ਕਿਸੇ ਹੋਰ ਟੌਪਿਕ ਤੇ ਤੁਹਾਨੂੰ ਅਸੀਂ ਆਪਣੇ ਦਰਸ਼ਕਾਂ ਦੇ ਰੂਬਰੂ ਜ਼ਰੂਰ ਕਰਾਵਾਂਗੇ। ਤੁਹਾਡਾ ਵੀ ਬਹੁਤ ਧੰਨਵਾਦ ਜੀ, ਤੁਸੀਂ ਆਏ ਤੇ ਇਹ ਗੁਰਮਤ ਦੀਆਂ ਗੱਲਾਂ ਜਿਹੜੀਆਂ ਕਿ ਅੱਜ ਗੁਰਮਤ ਦੀ ਗੱਲ ਕਰਨੀ ਵੀ ਬੜੀ ਮੁਸ਼ਕਲ ਹੋ ਚੁੱਕੀ ਹੈ, ਕਿਉਂਕਿ ਅੱਜ ਚੈਨਲਾਂ ਤੇ ਵੀ ਇਤਨਾ ਪ੍ਰੈਸ਼ਰ ਹੁੰਦਾ ਹੈ। ਔਰ ਮੈਨੂੰ ਬੜੀ ਖੁਸ਼ੀ ਹੈ ਕਿ ਤੁਸੀਂ ਜਿਹੜਾ ਹੈ ਆਪ ਗੁਰਮਤ ਦੀ ਨਾਲਜ ਵੀ ਰੱਖਦੇ ਹੋ। ਪ੍ਰਿਥਵੇਂ ਮਨ ਪ੍ਰਬੋਧੈ ਆਪਣਾ, ਪਾਛੇ ਅਵਰ ਜਾਵੇ ਆਪ ਸਵਾਰੇ ਮੈਂ ਮਿਲਿਆ ਸੁਖ ਹੋਏ ਫਰੀਦਾ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਪਹਿਲੇ ਅਸੀਂ ਆਪਣੇ ਤੋਂ ਸ਼ੁਰੂ ਕਰਨਾ ਹੈ। ਵਾਹਿਗੁਰੂ ਦੀ ਬੜੀ ਮਿਹਰ ਹੈ ਤੁਹਾਡੇ ਤੇ ਤੁਸੀਂ ਇਸੇ ਤਰ੍ਹਾਂ ਜਿਹੜਾ ਹੈ ਕੌਮ ਦੀ ਸੇਵਾ ਕਰਦੇ ਰਹੋ, ਸੱਚ ਦੀ ਆਵਾਜ਼ ਗੁਰਮਤ ਦੀ ਜਿਹੜੀ ਵਿਚਾਰਧਾਰਾ ਦਾ ਪ੍ਰਚਾਰ ਕਰਦੇ ਰਹੋ। ਤੁਹਾਡਾ ਵੀ ਬਹੁਤ ਧੰਨਵਾਦ ਜੀ। ਤੋ ਦਰਸ਼ਕੋ, ਫਿਰ ਇਸੇ ਤਰ੍ਹਾਂ ਤੁਹਾਡੇ ਨਾਲ ਕਿਸੇ ਨਾ ਕਿਸੇ ਹੋਰ ਸ਼ਖਸੀਅਤ ਨੂੰ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।